देश की केंद्र सरकार की ओर से पास किए गए तीनों कानून केंद्र सरकार को तुरंत रद्द कर किसानों को राहत देनी चाहिए। ये बात ठाकुर रमेश सिंह मंटू ने अपने निवास स्थान पर बैठक के दौरान कही। उन्होंने कहा कि इस ठंड में कड़कती में लोग दिल्ली में बैठकर किसान केंद्र सरकार के फैसले का इंतजार कर रहे हैं, लेकिन सरकार अपने अड़ियल रवैये के चलते किसानों की दुर्दशा को बदतर करती जा रही है। उन्होंने कहा कि कोविड-19 के चलते भी देश को काफ़ी नुकसान पहुंचा है। दूसरी तरफ सरकार किसानों विरोधी कानून पास कर देने से देश की अर्थव्यवस्था पर भी इसका विपरीत असर पड़ेगा। उन्होंने कहा कि नरेंद्र मोदी सरकार को इन लोगों विरोधी फैसले के चलते देश की अर्थव्यवस्था तबाही की कगार पर है। उन्होंने कहा कि जहां दूसरे देश में इस प्रकार की अर्थव्यवस्था मजबूत करने के लिए कार्य किए जा रहे हैं, वहीं देश में अर्थव्यवस्था को नुकसान पहुंच रहा है। उन्होंने कहा कि इसका खमियाजा सरकार को भुगतना पड़ेगा। उन्होंने कहा कि पंजाब में होने वाले कौंसिल चुनावों को लेकर भी कांग्रेस पार्टी पूरी तरह तैयार है और 15 वार्डों में अच्छा उम्मीदवारों को टिकट दिया जाएगा ताकि भाजपा का सफाया कर सुजानपुर में नगर कौंसिल में कांग्रेस का परचम लहराया जा सके। पिछले लगभग कोई 10 ਮਹੀਨਿਆਂ ਤੋਂ ਜਿਹੜਾ ਪੂਰੇ ਹੀ ਵਿਸ਼ਵ ਦੇ ਵਿੱਚ ਕਰੋਨਾ ਮਹਾਮਾਰੀ ਦਾ ਜਿਹੜਾ ਪ੍ਰਕੋਪ ਪੂਰੀ ਦੁਨੀਆ ਵਿੱਚ ਛਾਇਆ, ਪੂਰੀ ਦੁਨੀਆ ਇਹਦੀ ਚਪੇਟ ਵਿੱਚ ਆਈ ਹੈ। ਔਰ ਅੱਜ ਇਸ ਕੋਵਿਡ-19 ਦੇ ਬਾਅਦ ਪੂਰੇ ਦੇਸ਼ ਇਸ ਕੋਵਿਡ-19 ਤੋਂ ਜਿਹੜਾ ਦੇਸ਼ਾਂ ਨੂੰ ਜਿਹੜਾ ਨੁਕਸਾਨ ਹੋਇਆ ਉਹਦੀ ਭਰਪਾਈ ਲਈ ਉਹ ਆਪਣੇ ਦੇਸ਼ ਦੇ ਵਿੱਚ ਇੱਕ ਸਾਰੇ ਹੀ ਅਫਸਰਾਂ ਨਾਲ, ਆਪਣੇ ਸਾਰੇ ਹੀ ਪੋਲੀਟੀਕਲ ਪਾਰਟੀਆਂ ਨਾਲ ਡਿਸਕਸ ਕਰ ਰਹੇ ਆ ਵੀ ਆਪਣੇ ਅਸੀਂ ਦੇਸ਼ ਨੂੰ ਕਿੱਦਾਂ ਉਭਾਰਨਾ, ਅਸੀਂ ਤਰੱਕੀ ਵੱਲ ਕਿੱਦਾਂ ਲੈ ਕੇ ਜਾਣਾ, ਕਿਉਂਕਿ ਕਾਫੀ ਨੁਕਸਾਨ ਹੋਇਆ ਸਾਰੇ ਦੇਸ਼ਾਂ ਦਾ। ਲੇਕਿਨ ਸਾਡਾ ਹਿੰਦੁਸਤਾਨ ਜਿਹੜਾ ਅੱਜ ਮੋਦੀ ਸਰਕਾਰ ਜਿਹਦੀ ਨੁਮਾਇੰਦਗੀ ਕਰ ਰਹੀ ਹੈ, ਜਦੋਂ ਦੇਸ਼ ਨੂੰ ਤਰੱਕੀ ਵੱਲ ਲੈ ਕੇ ਜਾਣ ਦੀ ਗੱਲ ਆਈ ਹੈ, ਉਦੋਂ ਕਿਸਾਨਾਂ ਦੇ ਜਿਹੜੇ ਵਿਰੋਧ ਵਿੱਚ ਜਿਹੜੇ ਕਾਨੂੰਨ ਪਾਸ ਕੀਤੇ ਗਏ ਹੈ, ਜਿਹੜੇ ਬਿੱਲ ਪਾਸ ਕੀਤੇ ਗਏ ਹੈ ਕਿਸਾਨ ਵਿਰੋਧੀ, ਜਿਹੜੇ ਦੇਸ਼ ਦੇ ਅੰਨਦਾਤਾ ਕਿਸਾਨ ਜਿਹੜੇ ਪੂਰੀ ਦੁਨੀਆ ਨੂੰ ਕਿਸਾਨ ਪਾਲਦੇ ਹੈ, ਉਹਦੇ ਅੰਨਦਾਤਾ ਹੈ, ਉਹਦੇ ਖਿਲਾਫ ਉਹਦੇ ਵਿਰੋਧ ਵਿੱਚ ਜਿਹੜੇ ਮੋਦੀ ਸਰਕਾਰ ਨੇ ਇੱਕ ਚੋਰ ਦਰਵਾਜ਼ੇ ਰਾਹੀਂ ਜਿਹੜੇ ਬਿੱਲ ਪਾਸ ਕੀਤੇ ਹੈ। ਔਰ ਅੱਜ ਦੇਖੋ ਦੇਸ਼ ਦੀ ਅਰਥ ਵਿਵਸਥਾ ਕਿੱਥੇ ਜਾ ਰਹੀ ਹੈ। ਇੱਕ ਪਹਿਲੇ ਹੀ ਕਰੋਨਾ ਦੇ ਕਾਰਨ ਦੇਸ਼ ਦੀ ਜਿਹੜੀ ਅਰਥ ਵਿਵਸਥਾ ਉਹ ਵਿਗੜ ਚੁੱਕੀ ਹੈ। ਔਰ ਉਸ ਤੋਂ ਬਾਅਦ ਜਿਹੜਾ ਅੱਜ ਦਿੱਲੀ ਦੇ ਵਿੱਚ ਕਿਸਾਨਾਂ ਨੇ ਅੰਦੋਲਨ ਕੀਤਾ, ਕਿਉਂਕਿ ਕਿਸਾਨ ਇੱਕ ਮਿਹਨਤੀ ਹੈ, ਉਹ ਆਪਣੀ ਮਿਹਨਤ ਕਰਕੇ ਪੂਰੇ ਦੇਸ਼ ਨੂੰ ਪਾਲਦਾ। ਔਰ ਅੱਜ ਉਹ ਕਿਸਾਨ ਤੁਸੀਂ ਦੇਖੋ 14-15 ਸਾਲ ਦੇ ਬੱਚੇ ਤੋਂ ਲੈ ਕੇ 85 ਸਾਲਾਂ ਤੱਕ ਬਜ਼ੁਰਗ ਮਾਤਾਵਾਂ ਅੱਜ ਉਸ ਦਿੱਲੀ ਦੀ ਠੰਡ ਵਿੱਚ ਉੱਥੇ ਉਹ ਧਰਨਾ ਲਾ ਕੇ ਬੈਠੇ ਹੈ। ਔਰ ਮੋਦੀ ਸਰਕਾਰ ਦੇ ਸਿਰ ਉੱਤੇ ਜੂੰ ਵੀ ਨਹੀਂ ਖਿਸਕ ਰਹੀ ਪਈ ਇਹ ਸਾਡੇ ਜਿਹੜੇ ਕਿਸਾਨ ਅੰਨਦਾਤਾ ਜਿਹੜੇ ਦੇਸ਼ ਆਜ਼ਾਦ ਹੋਣ ਤੋਂ ਬਾਅਦ ਸਾਡੇ ਦੇਸ਼ ਨੂੰ ਇਹ ਪਾਲਦੇ ਆਏ ਹੈ, ਉਹਨਾਂ ਦੇ ਉੱਤੇ ਜਿਹੜੀ ਵਾਟਰ ਕੈਨਨ ਦਾ ਜਿਹੜਾ ਪ੍ਰਯੋਗ ਕੀਤਾ ਗਿਆ ਸ਼ੀਤਕਾਲੀਨ ਮੌਸਮ ਦੇ ਵਿੱਚ, ਇਹ ਬੜਾ ਮੰਦਭਾਗੀ ਹੈ। ਔਰ ਮੋਦੀ ਸਰਕਾਰ ਦੇ ਜਿਹੜੇ ਨੁਮਾਇੰਦੇ ਹੈ, ਮੰਤਰੀ ਹੈ, ਉਹ ਅੱਜ ਕਿਸਾਨਾਂ ਨੂੰ ਗੁੰਮਰਾਹ ਕਰਕੇ ਤੀਜੇ ਚੌਥੇ ਦਿਨ ਇੱਕ ਮੀਟਿੰਗ ਸੱਦਦੇ ਹੈ। ਔਰ ਉਸ ਜਿਹੜੀ ਮੀਟਿੰਗ ਹੈ ਉਹ ਬੇਸਿੱਟਾ ਨਿਕਲਦੀ ਹੈ। ਔਰ ਉਹਦੇ ਕਿਸਾਨਾਂ ਨੂੰ ਇਹ ਝੂਠਾ ਆਸ਼ਵਾਸਨ ਦਿੰਦੇ ਹੈ ਵੀ ਅਸੀਂ ਜਿਹੜੇ ਕਾਨੂੰਨਾਂ ਨੂੰ ਕੁਝ ਚੇਂਜਿੰਗ ਲਿਆਵਾਂਗੇ। ਅਗਰ ਕਾਨੂੰਨਾਂ ਨੂੰ ਹੁਣ ਚੇਂਜਿੰਗ ਲਿਆਣੀ ਹੈ ਤੇ ਤੁਸੀਂ ਦੇਸ਼ ਦਾ ਐਡਾ ਵੱਡਾ ਨੁਕਸਾਨ ਕਰਕੇ ਇਹਨੂੰ ਪਹਿਲੇ ਕਿਉਂ ਨਹੀਂ ਕਾਨੂੰਨ ਨੂੰ ਜਿਹੜਾ ਬਦਲਾਅ ਕੀਤਾ ਗਿਆ, ਜੋ ਅੱਜ ਦੇਸ਼ ਦੀ ਅਰਥ ਵਿਵਸਥਾ ਕਾਫੀ ਰੁਕ ਗਈ ਹੈ। ਤੁਸੀਂ ਦੇਖੋ ਜਿਹੜੀ ਦੇਸ਼ ਦੀ ਰਾਜਧਾਨੀ ਦਿੱਲੀ ਹੈ ਉਹ 4-5 ਬਾਰਡਰਾਂ ਤੋਂ ਬੰਦ ਕੀਤੀ ਹੈ, ਚਾਹੇ ਉਹ ਪੰਜਾਬ ਦਾ ਕਿਸਾਨ ਹੋਏ, ਚਾਹੇ ਹਰਿਆਣਾ ਦਾ ਕਿਸਾਨ ਹੋਏ, ਚਾਹੇ ਯੂਪੀ ਦਾ ਹੋਏ। ਹੁਣ ਤੁਸੀਂ ਦੇਖੋ ਮੱਧ ਪ੍ਰਦੇਸ਼, ਮਹਾਰਾਸ਼ਟਰ, ਬਿਹਾਰ ਦੇ ਕਿਸਾਨ ਵੀ ਦਿੱਲੀ ਵੱਲ ਕੂਚ ਕਰ ਬੈਠੇ ਹੈ। ਔਰ ਸਾਰਿਆਂ ਨੇ ਇਹ ਸਾਬਿਤ ਕੀਤਾ ਵੀ ਜਿਹੜੀ ਮੋਦੀ ਸਰਕਾਰ ਨੇ ਜਿਹੜੇ ਕਿਸਾਨਾਂ ਦੇ ਖਿਲਾਫ ਜਿਹੜੇ ਇਹ ਬਿੱਲ ਪਾਸ ਕੀਤੇ ਆ ਉਹ ਬਿਲਕੁਲ ਗਲਤ ਹੈ। ਔਰ ਇਹ ਮੋਦੀ ਸਰਕਾਰ ਨੂੰ ਇਹ ਬਿੱਲ ਰੱਦ ਕਰਨੇ ਚਾਹੀਦੇ ਹੈ, ਔਰ ਜਿਹਦੇ ਵਿੱਚ ਸਾਰੇ ਦੇਸ਼ ਦੀ ਭਲਾਈ ਹੈ। ਔਰ ਜਿਹੜੇ ਸਾਡੇ ਦੇਸ਼ ਦਾ ਅੰਨਦਾਤਾ ਕਿਸਾਨ ਹੈ ਉਹਨੂੰ ਇਨਸਾਫ ਮਿਲਣਾ ਚਾਹੀਦਾ। ਔਰ ਇਸ ਤੋਂ ਬਾਅਦ ਮੈਂ ਇਹੀ ਮੋਦੀ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਅੱਜ ਸਾਰੀ ਪੋਲੀਟੀਕਲ ਪਾਰਟੀਆਂ ਨੂੰ ਅੱਡ ਹੋ ਕੇ ਤੁਸੀਂ ਇੱਕ ਦੇਸ਼ ਦੇ ਕਿਸਾਨ ਦੇ ਵਾਸਤੇ ਇਹ ਕਾਨੂੰਨ ਜਿਹੜਾ ਇਹ ਰੱਦ ਕੀਤਾ ਜਾਏ ਔਰ ਕਿਸਾਨਾਂ ਨੂੰ ਉਹਦਾ ਜਿਹੜਾ ਬੰਦਾ ਹੱਕ ਉਹ ਮਿਲਣਾ ਚਾਹੀਦਾ। ਔਰ ਇਸ ਦੇ ਨਾਲ ਹੀ ਮੈਂ ਸਾਡੇ ਜਿਹੜੇ ਪੰਜਾਬ ਦੇ ਵਿੱਚ ਹੁਣ ਨਗਰ ਕੌਂਸਲ ਦੇ ਕਾਰਪੋਰੇਸ਼ਨਾਂ ਦੇ ਜਿਹੜੇ ਚੁਣਾਵ ਹੋਣ ਜਾ ਰਹੇ ਹੈ, ਔਰ ਜਿਹੜੇ ਸਾਡੇ ਸੁਜਾਨਪੁਰ ਦੀ ਗੱਲ ਕਰੀਏ, ਜਿਹੜੇ ਸਾਡੇ ਸੁਜਾਨਪੁਰ ਵਿੱਚ ਕਮੇਟੀ ਦੇ ਚੁਣਾਵ ਹੋਣੇ ਹੈ, ਜਿਹਦੇ ਵਿੱਚ ਸਾਡੇ 15 ਵਾਰਡ ਹੈ। ਔਰ ਜਿਹੜੇ ਵੀ ਵਾਰਡ ਹੈ ਔਰ ਸਾਰੇ ਇਮਾਨਦਾਰ ਛਵੀ ਵਾਲੇ ਜਿਹੜੇ ਵਿਅਕਤੀ ਹੈ ਉਹਨੂੰ ਕਾਂਗਰਸ ਪਾਰਟੀ ਵੱਲੋਂ ਟਿਕਟਾਂ ਨਵਾਜੀਆਂ ਜਾਣਗੀਆਂ। ਔਰ ਆਪਣੇ ਜਿਹੜੇ
ਵਾਰਡਾਂ ਦੇ ਵਿੱਚ ਕੰਮ ਕਰਨ ਵਿੱਚ ਰੁਚੀ ਰੱਖਦੇ ਹੈ ਉਹਨਾਂ ਨੂੰ ਹੀ ਟਿਕਟਾਂ ਦੇ ਕੇ ਲੋਕਾਂ ਨੇ ਇੱਥੋਂ ਜਿਤਾਣਾ। ਔਰ ਮੈਂ ਤੁਹਾਨੂੰ ਇਹ ਆਸ਼ਵਾਸਨ ਦਵਾਨਾ ਕਿ ਕਾਂਗਰਸ ਪਾਰਟੀ ਜਿੰਨੇ ਵੀ ਆਪਣੇ ਕੈਂਡੀਡੇਟ ਖੜੀ ਕਰੇਗੀ ਔਰ ਸਾਰੇ ਹੀ ਲੋਕ ਉਹਨਾਂ ਨੂੰ ਇਮਾਨਦਾਰੀ ਨਾਲ ਜਿਤਾਣਗੇ ਔਰ ਆਪਣੇ ਜਿਹੜੀ ਕਮੇਟੀ ਦਾ ਜਿਹੜਾ ਵਿਸਤਾਰ ਕਰਨਗੇ ਔਰ ਜਿਹੜੇ ਵੀ ਸੁਜਾਨਪੁਰ ਦੀ ਰੁਕੀ ਹੋਈ ਡਿਵੈਲਪਮੈਂਟ ਹੈ ਉਹਨੂੰ ਸਿਰੇ ਚੜਾਵਾਂਗੇ ਔਰ ਬੜੀ ਜਲਦੀ ਸੁਜਾਨਪੁਰ ਦੀ ਜਿਹੜੀ ਤਸਵੀਰ ਹੈ ਉਹ ਇੱਕ ਵੱਖਰੀ ਅਸੀਂ ਪੇਸ਼ ਕਰਾਂਗੇ। ਧੰਨਵਾਦ।